Some important question answers, part second, microeconomics book. In this part, we are discussing about to the money and commercial banks related question answers. The first question, ਸਾਡਾ ਜਿਹੜਾ ਪਹਿਲਾ question ਹੈ ਜਿਹੜਾ ਅਸੀਂ ਡਿਸਕਸ ਕਰਨਾ ਉਹ ਹੈ what is the high powered money। ਇੱਕ ਹੁੰਦੀ ਹੈ high powered money, ਕੀ ਹੁੰਦੀ ਹੈ? ਬਹੁਤ ਵਾਰ question ਰਿਪੀਟ ਹੋਇਆ ਵਾ। ਕਹਿੰਦੇ ਹਾਈ ਪਾਵਰਡ ਮਨੀ ਉਹ ਹੁੰਦੀ ਹੈ ਜਿਹਦੇ ਵਿੱਚ ਸਾਡੀ ਟੋਟਲ ਲਾਇਬਿਲਿਟੀਜ਼ ਆਫ ਦੀ ਮੋਨੀਟਰੀ ਅਥਾਰਟੀ ਆਫ ਦੀਆਂ ਕੰਟਰੀਜ਼। ਇਹਦੇ ਵਿੱਚ ਦੱਸਿਆ ਜਾਂਦਾ ਹਾਈ ਪਾਵਰਡ ਜਿਹੜੀ ਲਾਇਬਿਲਿਟੀ ਹੁੰਦੀ ਹੈ, ਯਾਦ ਰੱਖਣਾ ਵਾ ਕੀ ਹੁੰਦੀ ਆ, ਟੋਟਲ ਲਾਇਬਿਲਿਟੀ, ਟੋਟਲ ਦੇਣਦਾਰੀ ਹੁੰਦੀ ਹੈ ਕਿਸੇ ਵੀ ਮੋਨੀਟਰੀ ਅਥਾਰਟੀ ਜਿਹਨੇ ਪੈਸੇ ਦੇਣੇ ਹੁੰਦੇ ਆ ਜਾਂ ਪੈਸੇ ਲੈਣੇ ਹੁੰਦੇ ਆ ਉਹਦੀ। ਦਿਸ ਇਜ਼ ਕਾਲਡ ਟੂ ਦੀ ਦਿਸ ਇਜ਼ ਕਾਲਡ ਟੂ ਦੀ ਮੋਨੀਟਰੀ ਬੇਸ ਐਂਡ ਇਟ ਇਜ਼ ਕਾਲਡ ਬਾਈ ਦੀ RBI ਮੋਨੀਟਰੀ ਬੇਸ। ਤੇ ਇਹਨੂੰ ਹੀ RBI ਦਾ ਵੀ ਕਿਹਾ ਜਾਂਦਾ ਹੁੰਦਾ। ਇਹਨੂੰ ਕੌਣ ਕ੍ਰੀਏਟ ਕਰਦਾ? RBI ਕ੍ਰੀਏਟ ਕਰਦਾ। ਹਾਈ ਪਾਵਰਡ ਵੈਲਿਊ ਜਿਹੜੀ ਹੁੰਦੀ ਆ ਉਹਦੇ ਵਿੱਚ ਕੀ ਕੀ ਇਨਕਲੂਡ ਕੀਤਾ ਜਾਂਦਾ? ਕਰੰਸੀ ਇਨਕਲੂਡ ਕੀਤੀ ਜਾਂਦੀ ਹੈ ਜਿਹਦੇ ਵਿੱਚ ਨੋਟ ਤੇ ਕੋਇਨਸ ਦੋ ਹੀ ਚੀਜ਼ਾਂ ਆਉਂਦੀਆਂ ਨੇ। ਜਾਂ ਅਸੀਂ ਕੀ ਆ ਡਿਪੋਜ਼ਿਟ ਕਰਾਉਂਦੇ ਆ, ਡਿਪੋਜ਼ਿਟ ਵਿਦ ਦੀ ਟੂ ਦੀ ਗੌਰਮੈਂਟ ਐਂਡ ਰਿਜ਼ਰਵਸ ਆਫ ਦੀ ਕਮਰਸ਼ੀਅਲ ਬੈਂਕਸ। ਵੀ ਜਿਹੜਾ ਵੀ ਅਸੀਂ ਪੈਸਾ ਜਮ੍ਹਾਂ ਕਰਾਉਂਦੇ ਆ ਜਾਂ ਰਿਜ਼ਰਵ ਰੱਖਦੇ ਆ ਕਮਰਸ਼ੀਅਲ ਬੈਂਕਸ ਕੋਲ ਜਾਂ RBI ਕੋਲ, ਉਹ ਵੀ ਇਹਨਾਂ ਵਿੱਚ ਯੂਜ਼ ਕੀਤਾ ਜਾਂਦਾ ਐਜ਼ ਏ ਲੋਨ ਪਰਪਸਿਸ ਦੇ ਲਈ ਜਾਂ ਕੀ ਆ ਲੋਕਾਂ ਨੂੰ ਪੈਸੇ ਦੇਣ ਦੇ ਲਈ। ਠੀਕ ਹੈ, ਇਹ ਉਹਨਾਂ ਦੀ ਦੇਣਦਾਰੀ ਬਣ ਜਾਂਦੀ ਹੈ। ਤਾਂ ਕਰਕੇ ਕੀ ਆ ਸਮ ਆਫ ਆਲ ਦੀਸ ਜਿਹੜੀਆਂ ਵੀ ਚੀਜ਼ਾਂ ਨੇ ਉਹ ਕੀ ਬਣ ਜਾਂਦੀ ਆ, ਹਾਈ ਪਾਵਰਡ ਮਨੀ ਕਹਾਉਂਦੀ ਆ। ਦੇਖੋ ਹੁਣ ਇਹਦੇ ਵਿੱਚ ਕੀ ਕੀ ਆਉਂਦਾ, ਆ ਤੁਹਾਨੂੰ ਫਾਰਮੂਲਾ ਯਾਦ ਕਰਨਾ ਪੈਣਾ। H ਦਾ ਮਤਲਬ ਕੀ ਹੁੰਦਾ? ਹਾਈ ਪਾਵਰਡ ਮਨੀ। C ਦਾ ਮਤਲਬ ਕਰੰਸੀ ਕੋਈ ਵੀ, ਤੇ ਦੈਨ ਲਾਸਟ ਵਨ ਹੈਗੀ ਆ R ਦਾ ਮਤਲਬ ਹੁੰਦਾ ਕੈਸ਼ ਰਿਜ਼ਰਵ ਆਫ ਟੂ ਦੀ ਕਮਰਸ਼ੀਅਲ ਬੈਂਕ। ਇਹ ਤਿੰਨ ਚੀਜ਼ਾਂ ਯਾਦ ਰੱਖਣੀਆਂ ਨੇ। H ਇਜ਼ ਇਕੁਅਲ ਟੂ ਹਾਈ ਪਾਵਰਡ ਵੈਲਿਊਡ ਇਜ਼ ਇਕੁਅਲ ਟੂ C ਕਰੰਸੀ ਪਲਸ R ਰਿਜ਼ਰਵ, ਕੈਸ਼ ਰਿਜ਼ਰਵ ਆਫ ਦੀ ਕਮਰਸ਼ੀਅਲ ਬੈਂਕ। ਨੈਕਸਟ ਹੈਗਾ ਐਕਸਪਲੇਨ ਦੀ ਫੰਕਸ਼ਨ ਆਫ ਟੂ ਦੀ ਕਮਰਸ਼ੀਅਲ ਬੈਂਕ। ਇਹ ਬਹੁਤ ਵਾਰ ਰਿਪੀਟ ਹੋਇਆ ਕੁਐਸਚਨ ਆ ਤੇ ਬਹੁਤ ਜ਼ਿਆਦਾ ਵਾਰ ਆਇਆ ਵੀ ਆ। ਇਹਦੇ ਵਿੱਚ ਦੇਖੋ ਫਸਟ ਕੀ ਆ ਵੀ ਇਹਦੇ ਪਹਿਲਾ ਫੰਕਸ਼ਨ ਹੈਗਾ ਐਕਸੈਪਟਿੰਗ ਡਿਪੋਜ਼ਿਟ। ਇਹ ਪ੍ਰਾਇਮਰੀ ਫੰਕਸ਼ਨ ਦੇ ਵਿੱਚ ਆਉਂਦਾ ਵਾ। ਜਿਹੜੀ ਕਮਰਸ ਦੀਆਂ ਦੂਜੇ ਜਿਹੜੇ ਪੰਜਾਬ ਬੋਰਡ ਨੇ ਉਹਨਾਂ ਦੇ ਵਿੱਚ ਬਣਾਏ ਹੋਣਗੇ ਪ੍ਰਾਇਮਰੀ ਤੇ ਸੈਕੰਡਰੀ ਫੰਕਸ਼ਨ, ਉਹਨਾਂ ਦੇ ਵਿੱਚ ਇੱਕ ਪਹਿਲਾ ਫੰਕਸ਼ਨ ਆ ਐਕਸੈਪਟਿੰਗ ਡਿਪੋਜ਼ਿਟ। ਇਹਦਾ ਮਤਲਬ ਕੀ ਹੁੰਦਾ ਵੀ ਜਿਹੜੀ ਬੈਂਕ ਆ ਉਹਦਾ ਪਹਿਲਾ ਮੇਨ ਮੋਟਿਵ ਕੀ ਹੁੰਦਾ, ਲੋਕਾਂ ਤੋਂ ਜਿਹੜਾ ਪੈਸਾ ਲੈ ਕੇ ਆਉਂਦੇ ਆ ਉਹਨੂੰ ਐਕਸੈਪਟ ਕਰਨਾ, ਡਿਪੋਜ਼ਿਟ ਐਜ਼ ਏ ਡਿਪੋਜ਼ਿਟ ਕਰ ਲੈਣਾ ਆਪਣੇ ਕੋਲ, ਤਾਂ ਜੋ ਕੀ ਆ ਜਦੋਂ ਉਹਨਾਂ ਨੂੰ ਫਿਊਚਰ ਦੇ ਵਿੱਚ ਲੋੜ ਪਊਗੀ ਤਾਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਦੇਣਾ। ਤੇ ਡਿਪੋਜ਼ਿਟ ਵੀ ਜਿਹੜੇ ਹੁੰਦੇ ਆ ਉਹ ਕਈ ਤਰ੍ਹਾਂ ਦੇ ਹੁੰਦੇ ਆ। ਦੇਖੋ ਪਹਿਲਾ ਹੈਗਾ ਸੇਵਿੰਗ ਅਕਾਊਂਟ। ਇਹ ਸਭ ਦਾ ਅਕਾਊਂਟ ਓਪਨ ਹੋਇਆ ਹੋਊਗਾ, ਤੁਹਾਡਾ ਵੀ ਜਿਹੜਾ ਅਕਾਊਂਟ ਆ ਉਹ ਸੇਵਿੰਗ ਅਕਾਊਂਟ ਹੋਏਗਾ। ਇਹ ਅਕਾਊਂਟ ਦੀ ਕੀ ਹੁੰਦਾ ਵਾ, ਇਹਦੇ ਵਿੱਚ ਜਿਹੜਾ ਇੰਡੀਵਿਜੂਅਲ ਹੁੰਦਾ, ਇਕੱਲਾ ਬੰਦਾ ਜਿਹੜਾ ਹੁੰਦਾ ਵਾ ਉਹ ਕੀ ਆ, ਉਹ ਵਿਸ਼ ਕਰਦਾ ਹੁੰਦਾ ਵੀ ਉਹਨੇ ਕੁਛ ਕੀ ਆ ਅਮਾਊਂਟ ਜਿਹੜੀ ਆ ਉਹਦੇ ਕੋਲ ਇਨਕਮ ਦੀ ਉਹਨੂੰ ਸੇਵ ਕਰੂਗਾ ਤੇ ਉਹਦੇ ਉੱਤੇ ਜਿਹੜਾ ਇੰਟਰਸਟ ਅਰਨ ਹੋਊਗਾ ਉਹਦੀ ਸੇਵਿੰਗ ਦੇ ਉੱਤੇ ਉਹਨੂੰ ਮਿਲੇਗਾ। ਤੇ ਜਿਹੜਾ ਅਕਾਊਂਟ ਹੋਲਡਰ ਆ ਉਹ ਕੀ ਆ, ਸੇਵਿੰਗ ਅਕਾਊਂਟ ਕੀ ਆ, ਡਿਪੋਜ਼ਿਟ ਚੈੱਕ ਦੇ ਦੁਆਰਾ ਵੀ ਕਰ ਸਕਦਾ, ਡਰਾਫਟ ਦੁਆਰਾ ਵੀ ਕਰ ਸਕਦਾ, ਤੇ ਉਹਨੂੰ ਵਿਡਰਾਅ ਕਰਾਉਣ ਦੀ ਬਸ ਲਿਮਿਟ ਹੁੰਦੀ ਆ। ਜਮ੍ਹਾਂ ਕਰਾਉਣ ਦੀ ਕੋਈ ਲਿਮਿਟ ਨਹੀਂ, ਚਾਹੇ ਤੁਸੀਂ ਇੱਕ ਮਹੀਨੇ ਦੇ ਵਿੱਚ 50 ਵਾਰ ਕਰਵਾ ਲਓ, ਪਰ ਕਢਾਉਣ ਦੀ ਲਿਮਿਟ ਹੁੰਦੀ ਆ 3 ਜਾਂ 4 ਵਾਰ ਹੀ ਕਢਾ ਸਕਦੇ ਹੋ ਉਹਦੇ ਵਿੱਚ। ਤਾਂ ਹੀ ਇਹ ਕਿਉਂ ਖੋਲ੍ਹਿਆ ਜਾਂਦਾ ਵਾ, ਇਹਦਾ ਮੇਨ ਮੋਟਿਵ ਹੁੰਦਾ ਵੀ ਲੋਕਾਂ ਵਿੱਚ ਸੇਵਿੰਗ ਪਰਪਸਿਸ ਨੂੰ ਇਨਕਰੀਜ਼ ਕਰਨਾ, ਲੋਕਾਂ ਨੂੰ ਦੱਸਣਾ ਵੀ ਭਾਈ ਸੇਵਿੰਗ ਕੀ ਆ, ਬਹੁਤ ਜ਼ਿਆਦਾ ਜ਼ਰੂਰੀ ਆ। ਤਾਂ ਉਸ ਚੀਜ਼ ਨੂੰ ਵਧਾਵਾ ਦੇਣ ਲਈ ਇਹ ਅਕਾਊਂਟ ਖੋਲ੍ਹੇ ਜਾਂਦੇ ਆ। ਆਮ ਤੌਰ 'ਤੇ ਜਿਹੜੇ ਅਕਾਊਂਟ ਹੁੰਦੇ ਆ ਉਹ ਸੇਵਿੰਗ ਅਕਾਊਂਟ ਹੁੰਦੇ ਆ, ਜਿਵੇਂ ਤੁਹਾਡਾ ਤੇ ਮੇਰਾ ਹੋਊਗਾ ਉਹ ਕੀ ਆ, ਸੇਵਿੰਗ ਅਕਾਊਂਟ ਹੈ, ਯਾਦ ਰੱਖਣਾ। ਜੇਕਰ ਤੁਹਾਨੂੰ ਇੱਕ ਨੰਬਰ 'ਤੇ ਕੁਐਸਚਨ ਆ ਗਿਆ ਵੀ ਵਿਚ ਅਕਾਊਂਟ ਯੂ ਸ਼ੁੱਡ ਬੀ ਓਪਨਡ, ਤਾਂ ਉੱਥੇ ਆਊਗਾ ਸੇਵਿੰਗ ਅਕਾਊਂਟ। ਨੈਕਸਟ ਦੇਖੋ ਕੀ ਆ, ਫਿਕਸਡ ਡਿਪੋਜ਼ਿਟ। ਇਹਨੂੰ ਅਸੀਂ ਕਹਿੰਦੇ ਹਾਂ FD। ਮੇ ਵੀ ਤੁਸੀਂ ਇਹਦਾ ਨਾਮ ਵੀ ਸੁਣਿਆ ਹੋਣਾ FD। ਆਪਣੇ ਪੇਰੈਂਟਸ ਜਿਹੜੇ ਨੇ ਉਹ ਇਹ ਚੀਜ਼ਾਂ ਕਰਾਉਂਦੇ ਹੁੰਦੇ ਆ। ਇਹ ਕੀ ਹੁੰਦਾ ਵਾ, ਇਹ ਫਿਕਸਡ ਡਿਪੋਜ਼ਿਟ ਹੁੰਦਾ ਵਾ ਜਿਹਦੇ ਵਿੱਚ ਕੀ ਹੁੰਦਾ, ਡਿਪੋਜ਼ਿਟ ਜਿਹੜਾ ਫਿਕਸਡ ਟਾਈਮ ਪੀਰੀਅਡ ਦੇ ਲਈ ਕੀਤਾ ਜਾਂਦਾ ਹੁੰਦਾ, ਯਾਨੀ ਕਿ ਇੱਕ ਨਿਸ਼ਚਿਤ ਸਮੇਂ ਦੇ ਲਈ ਇਹ ਕੀਤਾ ਜਾਂਦਾ ਹੁੰਦਾ। ਜਿਵੇਂ 500 ਰੁਪਇਆ ਪਰ ਮੰਥ 5 ਸਾਲ ਦੇ ਲਈ। ਠੀਕ ਹੈ ਜੀ, ਵੀ ਅਸੀਂ 500 ਰੁਪਇਆ ਹਮੇਸ਼ਾ ਜਮ੍ਹਾਂ ਕਰਾਵਾਂਗੇ, ਉਹ ਕਿੰਨੇ ਲਈ, 5 ਸਾਲ ਦੇ ਲਈ ਆ। ਤੇ ਇਹਦਾ ਜਿਹੜਾ ਪੀਰੀਅਡ ਡਿਸਾਈਡ ਕੀਤਾ ਜਾਂਦਾ ਉਹ ਐਡਵਾਂਸ ਹੁੰਦਾ ਵਾ, ਤੇ ਇਹ ਜਿਹੜਾ ਅਕਾਊਂਟ ਹੁੰਦਾ ਉਹ ਓਪਨ ਕੀਤਾ ਜਾਂਦਾ ਹੁੰਦਾ ਵਾ। ਇਹ ਅਕਾਊਂਟ ਦੇ ਵਿੱਚ ਤੁਸੀਂ ਇਹ ਜਿਹੜੀ ਚੈੱਕ ਦੀ ਫੈਸਿਲਿਟੀ ਆ ਉਹ ਅਵੇਲੇਬਲ ਨਹੀਂ ਹੁੰਦੀ ਹੈਗੀ, ਜਾਂ ਤੁਸੀਂ ਇਹ ਚੈੱਕ ਨਹੀਂ ਲੈ ਸਕਦੇ ਹੈਗੇ, ਇਹ ਗੱਲ ਯਾਦ ਰੱਖਣੀ ਆ। ਤੇ ਹਾਇਰ ਦੀ ਟਾਈਮ ਪੀਰੀਅਡ, ਇਹਦੇ ਵਿੱਚ ਜਿਹੜਾ ਟਾਈਮ ਪੀਰੀਅਡ ਹੁੰਦਾ ਉਹ ਕਾਫੀ ਲੰਬਾ ਹੁੰਦਾ ਵਾ, ਤੇ ਇਹਦੇ ਉੱਤੇ ਜਿਹੜਾ ਰੇਟ ਆਫ ਇੰਟਰਸਟ ਹੁੰਦਾ ਇਹ ਵੀ ਯਾਦ ਰੱਖਣਾ। ਵੀ ਜੇ ਤੁਹਾਨੂੰ ਇੱਕ ਨੰਬਰ 'ਤੇ ਕੁਐਸਚਨ ਆ ਗਿਆ ਵੀ ਵਿਚ ਅਕਾਊਂਟ ਹੈਜ਼ ਬੀਨ ਇੰਜੋਏ ਦੀ ਹਾਈ ਰੇਟ ਆਫ ਇੰਟਰਸਟ, ਤਾਂ ਉਹ ਕਿਹੜਾ ਅਕਾਊਂਟ ਹੁੰਦਾ, FD ਹੁੰਦਾ, ਜਿਹਨੂੰ ਫਿਕਸਡ ਡਿਪੋਜ਼ਿਟ ਕਿਹਾ ਜਾਂਦਾ ਹੁੰਦਾ। ਇਹ ਅਕਾਊਂਟ ਡਿਸਾਈਡ ਕਰਦੀ ਆ RBI ਡਿਸਾਈਡ ਕਰਦੀ ਆ। ਤੇ ਹਰੇਕ ਬੈਂਕ ਦਾ ਜਿਹੜਾ, ਜੇ ਤੁਹਾਨੂੰ ਟਰੂ ਫਾਲਸ ਆ ਜਾਵੇ ਵੀ ਜਿਹੜਾ FD ਆ ਉਹਦੇ ਉੱਤੇ ਜਿਹੜਾ ਇੰਟਰਸਟ ਆ ਉਹ ਸਾਰੀਆਂ ਜਿਹੜੀਆਂ ਬੈਂਕਸ ਨੇ ਉਹਨਾਂ ਦਾ ਸੇਮ ਹੁੰਦਾ, ਕਦੇ ਵੀ ਸੇਮ ਨਹੀਂ ਹੁੰਦਾ ਹੈਗਾ।
ਸਾਰੀਆਂ ਬੈਂਕਸ ਆਪਣੇ ਅਕੋਰਡਿੰਗ ਡਿਸਾਈਡ ਕਰਦੀਆਂ ਨੇ, ਆਰਬੀਆਈ ਉਹਨਾਂ ਨੂੰ ਗਾਈਡਲਾਈਨ ਦਿੰਦੀ ਹੈ ਵੀ ਇਹਦੇ ਵਿੱਚ ਹੋਣਾ ਚਾਹੀਦਾ ਵਾ। ਕੁਝ ਵੱਧ ਡਿਸਾਈਡ ਕਰਦੇ ਆ, ਕੁਝ ਘੱਟ ਡਿਸਾਈਡ ਕਰਦੇ ਆ, ਡਿਪੈਂਡ ਕਰਦਾ ਉਸ ਕੰਪਨੀ ਤੇ ਜਾਂ ਉਸ ਬੈਂਕ ਦੇ ਉੱਤੇ। ਨੈਕਸਟ ਦੇਖੋ ਕੀ ਆ, ਕਰੰਟ ਡਿਪੋਜ਼ਿਟ। ਇਹ ਖੋਲਦੇ ਹੁੰਦੇ ਆ ਬਿਜ਼ਨਸਮੈਨ, ਇਹ ਯਾਦ ਰੱਖਣਾ। ਇਹ ਬਿਜ਼ਨਸਮੈਨ ਹੁੰਦੇ ਆ ਜਿਹੜੇ ਜਿਨ੍ਹਾਂ ਨੇ ਬਿਜ਼ਨਸ ਕਰਨਾ ਹੁੰਦਾ ਵਾ, ਉਹਨਾਂ ਦਾ ਇਹ ਅਕਾਊਂਟ ਓਪਨ ਹੁੰਦਾ, ਆਮ ਪੀਪਲ ਦਾ ਨਹੀਂ ਹੁੰਦਾ। ਤੇ ਇਹ ਕੀ ਹੁੰਦਾ ਵਾ, ਇਹਨੂੰ ਡਿਮਾਂਡ ਡਿਪੋਜ਼ਿਟ ਵੀ ਕਿਹਾ ਜਾਂਦਾ, ਇਹਦਾ ਨਾਮ ਯਾਦ ਰੱਖਣਾ। ਇਹਨੂੰ ਅਨਦਰ ਨੇਮ ਕੀ ਆ, ਡਿਮਾਂਡ ਡਿਪੋਜ਼ਿਟਸ ਵੀ ਕਿਹਾ ਜਾਂਦਾ ਹੁੰਦਾ। ਇਹਦਾ ਮਤਲਬ ਕੀ ਹੁੰਦਾ ਵੀ ਜਿਹੜਾ ਡਿਪੋਜ਼ਿਟਰ ਆ ਉਹ ਜਿਹੜਾ ਮਨੀ ਵਿਡਰਾਅ ਕਰ ਸਕਦਾ ਐਨੀ ਟਾਈਮ, ਕਦੇ ਵੀ ਪੈਸਾ ਕਢਾ ਸਕਦਾ ਉਹਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ, ਜਿੰਨੀ ਵਾਰ ਮਰਜ਼ੀ ਪੈਸਾ ਕਢਾ ਲਵੇ। ਇਹ ਬਿਜ਼ਨਸਮੈਨ ਜਿਹੜੇ ਹੁੰਦੇ ਆ ਇਹ ਅਕਾਊਂਟਸ ਨੂੰ ਮੇਕ ਯੂਜ਼ ਕਰਦੇ ਹੁੰਦੇ ਆ ਟ੍ਰਾਂਜੈਕਸ਼ਨ ਕਰਨ ਦੇ ਲਈ ਇੱਕ ਸਿੰਗਲ ਡੇ ਦੇ ਵਿੱਚ। ਉਹ ਇੱਕ ਸਿੰਗਲ ਡੇ ਦੇ ਵਿੱਚ 50 ਵਾਰ ਵੀ ਟ੍ਰਾਂਜੈਕਸ਼ਨ ਕਰ ਸਕਦਾ, ਡਿਪੈਂਡ ਕਰਦਾ ਉਹਦੇ ਉੱਤੇ। ਪਰ ਜਿਹੜਾ ਸੇਵਿੰਗ ਅਕਾਊਂਟ ਹੁੰਦਾ ਉਹਦੇ ਨਾਲ ਇਹਦਾ ਕੀ ਡਿਫਰੈਂਸ ਆ ਵੀ ਉਹਦੇ ਵਿੱਚ ਮਹੀਨੇ ਦੇ ਵਿੱਚ ਕੁਝ ਕੁ ਲਿਮਿਟਸ ਹੁੰਦੀਆਂ ਨੇ ਵੀ ਤੁਸੀਂ ਇੰਨੀ ਵਾਰ ਹੀ ਕਢਾ ਸਕਦੇ ਹੋ, ਉਹਦੇ ਵਿੱਚ ਕੋਈ ਲਿਮਿਟ ਨਹੀਂ ਹੁੰਦੀ। ਚਾਹੇ ਸਿੰਗਲ ਡੇ ਦੇ ਵਿੱਚ ਜਿੰਨੀ ਵਾਰ ਮਰਜ਼ੀ ਕਢਾਓ, ਚਾਹੇ ਮਹੀਨੇ ਵਿੱਚ ਜਿੰਨੀ ਵਾਰ ਮਰਜ਼ੀ ਕਢਾਓ। ਪਰ ਦੇ ਡੂ ਨਾਟ ਅਰਨ ਦੀ ਇੰਟਰਸਟ ਔਨ ਡਿਪੋਜ਼ਿਟ, ਵੀ ਜੇਕਰ ਇਹਦੇ ਵਿੱਚ ਪੈਸਾ ਪਿਆ ਵਾ, ਲੱਖਾਂ ਦੇ ਵਿੱਚ ਪਿਆ ਚਾਹੇ ਕਰੋੜਾਂ ਦੇ ਵਿੱਚ ਪਿਆ, ਪਰ ਇਹਦੇ ਵਿੱਚ ਜਿਹੜਾ ਇੰਟਰਸਟ ਹੁੰਦਾ ਬਹੁਤ ਜ਼ਿਆਦਾ ਘੱਟ ਹੁੰਦਾ ਵਾ। ਠੀਕ ਹੈ ਜੀ। ਅਤੇ ਬੈਂਕ ਜਿਹੜਾ ਇਹ ਅਕਾਊਂਟ ਸਟੇਟਮੈਂਟ ਆ ਉਹ ਕਰੰਟ ਅਕਾਊਂਟ ਦੀ ਰੈਗੂਲਰ ਇੰਟਰਵਲ ਦੇ ਉੱਤੇ ਇਹਨਾਂ ਦੀ ਸਟੇਟਮੈਂਟ ਕੱਢੀ ਜਾਂਦੀ ਹੈ, ਚੈੱਕ ਕੀਤਾ ਜਾਂਦਾ ਵੀ ਇੱਕ ਬੰਦੇ ਨੇ ਕਿੰਨਾ ਪੈਸਾ ਯੂਜ਼ ਕੀਤਾ ਕਿੰਨਾ ਨਹੀਂ। ਜੇਕਰ ਤੁਹਾਨੂੰ 1 ਨੰਬਰ ਜਾਂ 2 ਨੰਬਰ 'ਚ ਕੁਐਸਚਨ ਆ ਜਾਵੇ ਵੀ ਵਿਚ ਅਕਾਊਂਟ ਹੈਜ਼ ਬੀਨ ਇੰਜੋਏ ਦੀ ਆ ਲੋਐਸਟ ਇੰਟਰਸਟ ਰੇਟ, ਤਾਂ ਉਹ ਕਿਹੜਾ ਵਾ ਕਰੰਟ ਅਕਾਊਂਟ। ਜਾਂ ਤੋਂ ਪੁੱਛ ਲੈਣ ਵੀ ਕਿਹੜਾ ਬਿਜ਼ਨਸਮੈਨ ਕਿਹੜਾ ਅਕਾਊਂਟ ਓਪਨ ਕਰਦੇ ਆ, ਤਾਂ ਉਹ ਕਿਹੜਾ ਵਾ ਕਰੰਟ ਅਕਾਊਂਟ ਓਪਨ ਕਰਦੇ ਆ। ਨੈਕਸਟ ਹੈਗਾ ਵਾ ਇਹਦਾ ਮੇਨ ਫੰਕਸ਼ਨ ਜਿਹੜਾ ਵਾ ਸੈਕਿੰਡ, ਗਰੰਟਿੰਗ ਦੀਆਂ ਲੋਨ ਐਂਡ ਐਡਵਾਂਸ। ਹੁਣ ਜਿਹੜੀਆਂ ਕਮਰਸ਼ੀਅਲ ਬੈਂਕਸ ਨੇ ਉਹਨਾਂ ਦਾ ਮੇਨ ਮੋਟਿਵ ਕੀ ਆ, ਪਹਿਲਾਂ ਤਾਂ ਡਿਪੋਜ਼ਿਟ ਐਕਸੈਪਟ ਕਰ ਲੈਣਾ, ਫਿਰ ਦੂਜਾ ਕੰਮ ਕੀ ਆ ਵੀ ਜਿਹੜਾ ਪੈਸਾ ਉਹਨਾਂ ਕੋਲ ਆਇਆ ਉਹਨਾਂ ਨੂੰ ਲੋਨ ਦੀ ਫਾਰਮ ਦੇ ਵਿੱਚ ਜਾਂ ਐਡਵਾਂਸ ਦੇ ਦੇਣਾ ਲੋਕਾਂ ਨੂੰ, ਅਤੇ ਉਹਦੇ ਉੱਤੇ ਜਿਹੜਾ ਰੇਟ ਆਫ ਇੰਟਰਸਟ ਆ ਉਹ ਚਾਰਜ ਕਰ ਲੈਣਾ। ਅਤੇ ਇਹ ਜਿਹੜਾ ਰੇਟ ਆਫ ਇੰਟਰਸਟ ਆ ਉਹ ਹਾਇਰ ਹੁੰਦਾ ਵਾ ਜਿੰਨਾ ਉਹ ਡਿਮਾਂਡ ਡਿਪੋਜ਼ਿਟ ਦੇ ਉੱਤੇ ਦਿੰਦੀ ਆ ਜਾਂ ਸੇਵਿੰਗ ਦੇ ਉੱਤੇ ਦਿੰਦੀ ਆ। ਵੀ ਜਿਹੜੇ ਲੋਕ ਪੈਸਾ ਜਮ੍ਹਾਂ ਕਰਾਉਂਦੇ ਆ ਉਹਦਾ ਰੇਟ ਆਫ ਇੰਟਰਸਟ ਘੱਟ ਹੁੰਦਾ ਵਾ, ਬਟ ਜਿਹੜਾ ਲੋਨ ਦੇ ਉੱਤੇ ਰੇਟ ਆਫ ਇੰਟਰਸਟ ਹੁੰਦਾ ਉਹ ਜ਼ਿਆਦਾ ਹੁੰਦਾ ਵਾ। ਅਤੇ ਲੋਨ ਜਿਹੜਾ ਗ੍ਰਾਂਟ ਕੀਤਾ ਜਾਂਦਾ ਵਾ ਉਹ ਕਮਰਸ਼ੀਅਲ ਬੈਂਕਸ ਦੇ ਜਰਨਲ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਨੇ, ਅਤੇ ਸਿਕਿਉਰਿਟੀ ਅਗੇਂਸਟ ਉਹ ਦਿੱਤਾ ਜਾਂਦਾ। ਬਿਨਾਂ ਸਿਕਿਉਰਿਟੀ ਤੋਂ ਕੋਈ ਵੀ ਲੋਨ ਸੈਂਕਸ਼ਨ ਨਹੀਂ ਕੀਤਾ ਜਾਂਦਾ। ਯਾਨੀ ਕਿ ਅਸੀਂ ਜ਼ਮੀਨ ਨੂੰ ਗਿਰਵੀ ਰੱਖਦੇ ਹਾਂ ਜਾਂ ਘਰ ਨੂੰ ਗਿਰਵੀ ਰੱਖਦੇ ਹਾਂ ਜਾਂ ਕੋਈ ਹੋਰ ਚੀਜ਼ ਨੂੰ ਗਿਰਵੀ ਰੱਖਦੇ ਹਾਂ, ਤਾਂ ਹੀ ਉਹ ਜਿਹੜਾ ਲੋਨ ਆ ਉਹ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ, ਅਦਰਵਾਈਜ਼ ਤੁਹਾਨੂੰ ਲੋਨ ਨਹੀਂ ਮਿਲਣਾ ਹੈਗਾ। ਠੀਕ ਹੈ ਜੀ। ਤਾਂ ਉਹਦੇ ਵਿੱਚ ਕੀ ਆ, ਇਹ ਸ਼ਾਰਟ ਸਪੇਨ ਆਫ ਟਾਈਮ ਹੁੰਦਾ ਵੀ ਇਹ ਥੋੜ੍ਹੇ ਜਿਹੇ ਸਮੇਂ ਦੇ ਲਈ ਹੁੰਦਾ, ਅਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਲੋਨ ਆ ਉਹ ਚੁਕਾਉਣਾ ਪੈਂਦਾ ਵਾ। ਥਰਡ ਫੰਕਸ਼ਨ ਹੈਗਾ ਏਜੰਸੀ ਫੰਕਸ਼ਨ। ਏਜੰਸੀ ਫੰਕਸ਼ਨ ਦੇ ਵਿੱਚ ਕੀ ਆ, ਕੁਛ ਅਜਿਹੇ ਕੰਮ ਕਰਦੀ ਆ ਉਹ ਵੀ ਜਿਹਦੇ ਵਿੱਚ ਕੀ ਆ ਇੰਟਰਮੀਡੀਏਟਰ ਦਾ ਕੰਮ ਕਰਦੀ ਆ, ਯਾਨੀ ਕਿ ਥਰਡ ਪਾਰਟੀ ਦਾ ਕੰਮ ਕਰਦੀ ਆ। ਜਿਵੇਂ ਕਿ ਮੈਂ ਕਿਸੇ ਤੋਂ ਸੇਲ ਪਰਚੇਜ਼ ਕੀਤੀ, ਤਾਂ ਜੀ ਤੋਂ ਮੈਂ ਸੇਲ ਕੀਤੀ ਜਾਂ ਪਰਚੇਜ਼ ਕੀਤੀ, ਉਹ ਬੰਦੇ ਦੀ ਪੇਮੈਂਟ ਜਾਂ ਮੇਰੀ ਪੇਮੈਂਟ ਉਹ ਬੈਂਕ ਦੇ ਥਰੂ ਹੁੰਦੀ ਆ। ਤਾਂ ਇਹਨੂੰ ਕੀ ਕਿਹਾ ਜਾਂਦਾ ਵਾ, ਇੰਟਰਮੀਡੀਏਟਰ, ਯਾਨੀ ਕਿ ਏਜੰਸੀ ਦਾ ਫੰਕਸ਼ਨ। ਅਸੀਂ ਬੈਂਕ ਵਾਲੇ ਨੂੰ ਕਹਿੰਦੇ ਹਾਂ ਭਾਈ ਤੂੰ ਮੇਰੇ ਤੋਂ ਪੈਸੇ ਹੋਰ ਲੈ ਲਈ ਵੀ ਮੇਰਾ ਅਕਾਊਂਟ ਉੱਧਰ ਸੈਟਲ ਕਰਾ ਦੇ। ਠੀਕ ਹੈ ਜੀ। ਤਾਂ ਇਹ ਇਹੋ ਜਿਹੇ ਕੰਮ ਵੀ ਕਰਦੀ ਆ ਤਾਂ ਜੋ ਕੀ ਆ ਥੋੜ੍ਹੇ ਬਹੁਤੇ ਪੈਸੇ ਹੋਰ ਵੀ ਅਰਨ ਕਰ ਸਕੇ। ਠੀਕ ਹੈ। ਜਿਵੇਂ ਤੁਹਾਡੇ ਬ੍ਰਦਰ ਸਿਸਟਰ ਨੂੰ ਫੋਰਨ ਦੇ ਵਿੱਚ ਪੈਸਾ ਭੇਜਿਆ ਜਾਂਦਾ ਤਾਂ ਬੈਂਕਸ ਦੇ ਥਰੂ ਹੀ ਭੇਜਿਆ ਜਾਂਦਾ ਵਾ। ਤਾਂ ਇਹਦਾ ਮਤਲਬ ਕੀ ਆ, ਉਹ ਲੀਗਲ ਮਨੀ ਵੀ ਆ ਅਤੇ ਦੂਜਾ ਜਲਦੀ ਟਰਾਂਸਫਰ ਵੀ ਹੋ ਜਾਂਦਾ, ਤਾਂ ਬੈਂਕ ਇਸ ਚੀਜ਼ ਦੇ ਉੱਤੇ ਪੈਸਾ ਵੀ ਚਾਰਜ ਕਰਦੀ ਆ। ਤਾਂ ਹੁਣ ਦੇਖੋ ਕਮਰਸ਼ੀਅਲ ਬੈਂਕਸ ਜਿਹੜਾ ਵਾ ਉਹ ਪਰਫਾਰਮ ਕਰਦੀ ਆ ਏਜੰਸੀ ਫੰਕਸ਼ਨ। ਇਟ ਇਜ਼ ਅ ਪ੍ਰਾਇਮਰੀ ਪਰਪਜ਼ ਆਫ ਟੂ ਦੀ ਐਕਸੈਪਟੈਂਸ ਆਫ ਦੀ ਡਿਪੋਜ਼ਿਟ। ਇਹਦੇ ਵਿੱਚ ਕੀ ਹੁੰਦਾ ਵਾ ਵੀ ਉਹਦਾ ਪ੍ਰਾਇਮਰੀ ਫੰਕਸ਼ਨ ਕੀ ਆ, ਲੋਕਾਂ ਤੋਂ ਪੈਸਾ ਜਮ੍ਹਾਂ ਕਰਾ ਲੈਂਦੀ ਆ ਜਾਂ ਲੋਨ ਦੂਜਿਆਂ ਨੂੰ ਪ੍ਰੋਵਾਈਡ ਕਰਵਾ ਦਿੰਦੀ ਆ। ਹੁਣ ਇਹਦਾ ਪਹਿਲਾ ਫੰਕਸ਼ਨ ਕੀ ਇਨਕਲੂਡ ਕੀਤਾ ਗਿਆ, ਟ੍ਰਾਂਸਫਰ ਆਫ ਫੰਡ। ਮੈਂ ਹੁਣੇ ਗੱਲ ਕੀਤੀ ਵੀ ਜਿਵੇਂ ਤੁਹਾਡੇ ਬ੍ਰਦਰ ਸਿਸਟਰ ਫੋਰਨ ਦੇ ਵਿੱਚ ਹੋਣਗੇ ਤਾਂ ਉਹਨਾਂ ਨੂੰ ਫੰਡ ਪ੍ਰੋਵਾਈਡ ਕਰਵਾਉਣਾ, ਉਹਨਾਂ ਦੀ ਜਗ੍ਹਾ ਦੇ ਉੱਤੇ ਜਾ ਕੇ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਆ ਜਾਂ ਜਿੰਨੇ ਵੀ ਪੈਸੇ ਦੀ ਲੋੜ ਆ ਉਸ ਕੰਟਰੀ ਦੇ ਬੈਂਕ ਨਾਲ ਟਾਈ ਅਪ ਕਰਕੇ ਉਹਨਾਂ ਨੂੰ ਬੜੀ ਜਲਦੀ ਹੀ ਉਹ ਪੈਸੇ ਜਿਹੜੇ ਉੱਥੇ ਪ੍ਰੋਵਾਈਡ ਕਰਵਾ ਲੈਣੇ। ਤਾਂ ਇਹ ਕਿਹੜੇ ਹੁੰਦੇ ਆ, ਇਹਨੂੰ ਮੇਲ ਟਰਾਂਸਫਰ ਵੀ ਕਹਿੰਦੇ ਆ ਜਾਂ ਡਿਮਾਂਡ ਡਰਾਫਟ ਵੀ ਕਿਹਾ ਜਾਂਦਾ ਹੁੰਦਾ ਵਾ। ਨੈਕਸਟ ਹੈਗਾ ਵਾ ਬੈਂਕ ਕਲੈਕਟਸ ਟੂ ਦੀਆਂ ਇੰਸ਼ੋਰੈਂਸ ਪ੍ਰੀਮੀਅਮ ਐਂਡ ਡਿਵੀਡੈਂਟ। ਹੁਣ ਤੁਸੀਂ ਦੇਖਦੇ ਹੋਵੋਗੇ ਵੀ ਜੇਕਰ ਕਿਸੇ ਬੰਦੇ ਨੇ ਲੋਨ ਲਿਆ ਹੁੰਦਾ ਵਾ ਜਾਂ ਕਿਸੇ ਬੰਦੇ ਨੇ ਕੀ ਆ ਬਜਾਜ ਫਾਈਨੈਂਸ ਕਰਾਇਆ ਹੁੰਦਾ ਵਾ, ਤਾਂ ਉਹ ਬੈਂਕ ਦੀ ਕਾਪੀ ਲੈਂਦੇ ਆ। ਇਹਦਾ ਮਤਲਬ ਕੀ ਆ ਵੀ ਸਾਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਹੈਗੀ, ਸਾਡੇ ਅਕਾਊਂਟ ਦੇ ਵਿੱਚ ਆਟੋਮੈਟਿਕਲੀ ਪੈਸੇ ਕੱਟੇ ਜਾਂਦੇ ਹੁੰਦੇ ਆ। ਠੀਕ ਹੈ ਜੀ। ਤਾਂ ਇਹੋ ਜਿਹੇ ਕੰਮ ਕੌਣ ਕਰਦੀ ਆ, ਬੈਂਕ ਕਰਦੀ ਆ, ਅਤੇ ਬੈਂਕ ਇਸ ਚੀਜ਼ ਦੇ ਪੈਸੇ ਚਾਰਜ ਕਰਦੀ ਆ ਵੀ ਭਾਈ ਮੈਂ ਤੇਰੀ ਇੰਸ਼ੋਰੈਂਸ ਪ੍ਰੀਮੀਅਮ ਪੇ ਕੀਤੀ, ਤੈਨੂੰ ਪਤਾ ਨਹੀਂ ਸੀ, ਮੈਂ ਆਪਣੇ ਬੇਸ ਦੇ ਉੱਤੇ ਪੇ ਕੀਤੀ, ਤਾਂ ਉਹਦੇ ਪੈਸੇ ਚਾਰਜ ਕੀਤੇ ਜਾਂਦੇ ਆ। ਫਿਫਥ ਪੁਆਇੰਟ ਹੈਗਾ ਵਾ ਸਾਡੇ ਕੋਲ, ਸੌਰੀ ਇੱਥੇ ਫੋਰਥ ਹੋਣਾ ਸੀ, ਫੋਰਥ ਪੁਆਇੰਟ ਸੀਗਾ ਸਾਡਾ ਬੈਂਕ ਅਸਿਸਟ ਟੂ ਦੀ ਪ੍ਰੋਸੈਸ ਆਫ ਟੈਕਸ ਪੇਮੈਂਟ ਆਫ ਦੀ ਅਕਾਊਂਟ ਹੋਲਡਰ। ਵੀ ਜਿਹੜੇ ਅਕਾਊਂਟ ਹੋਲਡਰ ਹੁੰਦੇ ਆ, ਜਿਵੇਂ ਤੁਸੀਂ ਜਾਣਦੇ ਹੀ ਹੋ ਵੀ ਇੱਕ ਅਸੀਂ ਵੀ ਕੱਲ ਫਾਰਮ ਭਰਿਆ ਵਾ, ਇੱਕ ਫਾਰਮ ਹੁੰਦਾ ਵਾ ਜਦੋਂ ਤੁਸੀਂ ਬੈਂਕਸ ਦੇ ਵਿੱਚ ਜਾਂਦੇ ਹੋ ਤਾਂ 16A ਨੰਬਰ ਦਾ 16 ਨੰਬਰ ਫਾਰਮ ਹੁੰਦਾ ਵਾ, ਇਹ ਭਰਿਆ ਜਾਂਦਾ ਹੁੰਦਾ। ਇਹਦੇ ਵਿੱਚ ਹੁੰਦਾ ਵਾ ਵੀ ਜਿਹੜੇ ਬੰਦੇ ਦਾ ਰੇਟ ਆਫ ਇੰਟਰਸਟ ਜਿਹੜਾ ਹੁੰਦਾ ਉਹ ਜ਼ਿਆਦਾ ਮਿਲਦਾ ਹੋਵੇ ਕਿਸੇ ਐਫ ਡੀ ਦੇ ਉੱਤੇ,
ਤਾਂ ਉਹਨੂੰ ਟੈਕਸ ਪੇਏਬਲ ਬਣ ਜਾਂਦਾ ਹੁੰਦਾ, ਤਾਂ ਉਹ ਟੈਕਸ ਪੇ ਕਰਨ ਦੇ ਲਈ ਉਹਨੂੰ ਇੱਕ ਆਹ ਫਾਰਮ ਭਰਨਾ ਪੈਂਦਾ ਵਾ। ਤਾਂ ਇਹ ਫਾਰਮ ਦੀ ਫੈਸਿਲਿਟੀ ਵੀ ਕੌਣ ਕਰਦਾ? ਬੈਂਕ ਕਰਦਾ। ਬੈਂਕ ਉਹਨੂੰ ਅਸਿਸਟ ਕਰਦਾ ਵੀ ਕਿਸ ਤਰੀਕੇ ਨਾਲ ਟੈਕਸ ਪੇਮੈਂਟ ਕਰਨੀ ਹੈ ਤੇ ਕਿੰਨੀ ਪੇਮੈਂਟ ਕਰਨੀ ਹੈ। ਲਾਸਟ ਪੁਆਇੰਟ ਹੈਗਾ ਵੀ ਜਿਹੜਾ ਬੈਂਕ ਜਿਹੜਾ ਵਾ ਉਹ ਇੱਕ ਰੋਲ ਪਲੇ ਕਰਦਾ ਵਾ ਟਰਸਟੀ ਦਾ ਜਾਂ ਐਗਜ਼ੀਕਿਊਟਰ ਦਾ। ਜਿਵੇਂ ਤੁਹਾਨੂੰ ਪਤਾ ਵਾ, ਜਿਵੇਂ ਵੱਡੀਆਂ ਵੱਡੀਆਂ ਕੰਪਨੀਜ਼ ਹੁੰਦੀਆਂ ਨੇ, ਜੇਕਰ ਉਹਨਾਂ ਦੇ ਵਿੱਚੋਂ ਕਿਸੇ ਓਨਰ ਦੀ ਡੈਥ ਹੋ ਜਾਂਦੀ ਆ ਤੇ ਉਹਨਾਂ ਦਾ ਬੇਬੀ ਜਿਹੜਾ ਵਾ ਉਹ ਨੈਕਸਟ ਓਨਰ ਹੋਊਗਾ, ਤੇ ਉਹ ਕੀ ਆ, ਮਾਈਨਰ ਹੁੰਦਾ ਵਾ, ਤਾਂ ਬੈਂਕ ਉਹਦਾ ਟਰਸਟੀ ਬਣ ਜਾਂਦੀ ਹੁੰਦੀ ਆ। ਵੀ ਬੈਂਕ ਕੀ ਕਰਦੀ ਆ, ਉਹਨੂੰ ਖਰਚਾ ਦੇਈ ਜਾਂਦੀ ਹੁੰਦੀ ਆ ਜਦੋਂ ਤੱਕ ਉਹ ਬਾਲਕ ਨਹੀਂ ਹੁੰਦਾ, ਸਮਝਯੋਗ ਨਹੀਂ ਹੁੰਦਾ ਹੈਗਾ। ਜਦੋਂ ਸਮਝਦਾਰ ਹੋ ਜਾਂਦਾ ਵਾ ਤਾਂ ਉਹ ਸਾਰੀ ਪ੍ਰਾਪਰਟੀ ਉਹਨੂੰ ਟਰਾਂਸਫਰ ਕਰ ਦਿੰਦੀ ਆ। ਜੇਕਰ ਉਹ ਟਰਸਟੀ ਦੇ ਤੌਰ ਤੇ ਜਾਂ ਐਗਜ਼ੀਕਿਊਟਰ ਦੇ ਤੌਰ ਤੇ ਵਰਕ ਕਰਦੀ ਆ ਤਾਂ ਉਹਦਾ ਵੀ ਪੈਸੇ ਚਾਰਜ ਕਰਦੀ ਆ। ਫੋਰਥ ਪੁਆਇੰਟ ਹੈਗਾ ਵਾ ਡਿਸਕਾਊਂਟਿੰਗ ਦੀ ਬਿਲ ਆਫ ਐਕਸਚੇਂਜ। ਹੁਣ ਜਿਵੇਂ ਤੁਹਾਨੂੰ ਪਤਾ ਵਾ ਵੀ ਜਿਹੜੇ ਕਮਰਸ਼ੀਅਲ ਬੈਂਕਸ ਨੇ ਉਹ ਫਾਈਨੈਂਸ਼ੀਅਲ ਅਸਿਸਟ ਕਰਦੇ ਆ, ਵੀ ਜਾਣੀ ਕਿ ਜੇਕਰ ਕੋਈ ਵੀ ਪਰਸਨ ਜਾਂ ਕੋਈ ਵੀ ਕਸਟਮਰ ਇੱਕ ਦੂਸਰੇ ਨੂੰ ਕੀ ਆ, ਬਿਲ ਆਫ ਐਕਸਚੇਂਜ ਦੇ ਰੂਪ ਦੇ ਵਿੱਚ ਪੈਸੇ ਦਿੰਦਾ ਵਾ, ਕਿਉਂਕਿ ਇੱਕ ਤਰ੍ਹਾਂ ਦਾ ਬਿੱਲ ਹੁੰਦਾ ਵਾ, ਉਹਦੇ ਵਿੱਚ ਕੋਈ ਕੈਸ਼ ਇਨਵੋਲਵ ਨਹੀਂ ਹੁੰਦਾ ਵਾ, ਤਾਂ ਉਸ ਕੈਸ਼ ਨੂੰ ਕੈਸ਼ ਕਰਾਉਣਾ ਉਹ ਕਿਹਦੇ ਹੱਥ ਦੇ ਵਿੱਚ ਹੁੰਦਾ? ਕਮਰਸ਼ੀਅਲ ਬੈਂਕਸ ਤੇ ਹੁੰਦਾ। ਅਸੀਂ ਕੀ ਕਰਦੇ ਹਾਂ, ਉਹ ਜਿਹੜਾ ਬਿੱਲ ਆ ਉਹਨੂੰ ਲੈ ਕੇ ਜਾਂਦੇ ਹਾਂ ਕਿਹਦੇ ਕੋਲ? ਕਮਰਸ਼ੀਅਲ ਬੈਂਕ ਕੋਲ। ਜਿਹੜਾ ਕਮਰਸ਼ੀਅਲ ਬੈਂਕ ਆ ਉਹਨੂੰ ਚੈੱਕ ਕਰਨ ਤੋਂ ਬਾਅਦ ਟਾਈ ਅਪ ਕਰਕੇ ਦੂਸਰੇ ਬੈਂਕ ਦੇ ਨਾਲ, ਤੇ ਉਹਨੂੰ ਬੈਂਕ ਨੂੰ ਉਹਨੂੰ ਕੀ ਕਰਦਾ ਵਾ, ਐਕਸਚੇਂਜ ਨੂੰ, ਬਿਲ ਆਫ ਐਕਸਚੇਂਜ ਨੂੰ ਡਿਸਕਾਊਂਟ ਕਰਾ ਦਿੰਦਾ, ਤੇ ਉਹ ਸਾਰਾ ਪੈਸਾ ਜਿਹੜਾ ਵਾ ਜਦੋਂ ਵੀ ਉਹ ਬੰਦੇ ਨੂੰ ਚਾਹੀਦਾ ਹੁੰਦਾ ਉਹਨੂੰ ਦੇ ਦਿੱਤਾ ਜਾਂਦਾ ਵਾ। ਇਸ ਚੀਜ਼ ਦੇ ਲਈ ਉਹ ਡਿਸਕਾਊਂਟ ਕਰਦੀ ਆ, ਤਾਂ ਉਹਦੀ ਫੀਸ ਹੁੰਦੀ ਆ, ਤੇ ਇੱਕ ਜਿਹੜਾ ਉਹ ਇੰਟਰਸਟ ਚਾਰਜ ਕਰਦੀ ਆ ਉਹਦੇ ਤੇ, ਵੀ ਹਾਂ ਜੀ ਮੈਂ ਤੁਹਾਡਾ ਕੰਮ ਕੀਤਾ, ਤਾਂ ਉਹ ਵੀ ਉਹਨੂੰ ਪੇ ਕਰਨਾ ਪੈਂਦਾ ਵਾ। ਨੈਕਸਟ ਹੈਗਾ ਅਦਰ ਫੰਕਸ਼ਨ ਕੀ ਕੀ ਨੇ। ਨੈਕਸਟ ਉਹਦੇ ਵਿੱਚ ਹੈਗਾ ਪ੍ਰੋਵਾਈਡ ਲੋਕਰ। ਵੀ ਉਹ ਲੋਕਰ ਦੀ ਫੈਸਿਲਿਟੀ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਆਪਣੀ ਜਵੈਲਰੀਜ਼ ਜਾਂ ਘਰ ਦੇ ਕਾਗਜ਼ ਪੱਤਰ ਰੱਖ ਸਕਦੇ ਹਾਂ। ਪਰਚੇਜ਼ ਐਂਡ ਸੇਲ ਆਫ ਫੋਰਨ ਐਕਸਚੇਂਜ। ਵੀ ਜਿਹੜਾ ਫੋਰਨ ਐਕਸਚੇਂਜ ਦੇ ਵਿੱਚ ਅਸੀਂ ਸੇਲ ਪਰਚੇਜ਼ ਕਰਨਾ, ਕਰੰਸੀ ਨਵੀਂ ਲੈਣੀ, ਕਰੰਸੀ ਨਵੀਂ ਕਿਸੇ ਨੂੰ ਦੇਣੀ, ਤਾਂ ਉਹ ਸਾਰੀਆਂ ਚੀਜ਼ਾਂ ਵੀ ਇਹਦੇ ਵਿੱਚ ਹੀ ਡੀਲ ਕੀਤੀ ਜਾਂਦੀ ਆ। ਥਰਡ ਪੁਆਇੰਟ ਆਉਂਦਾ ਵਾ ਇਸ਼ੂ ਆਫ ਦੀ ਆ ਗਿਫਟ ਚੈੱਕ। ਗਿਫਟ ਚੈੱਕ ਹੁੰਦੇ ਆ ਉਹ ਚੈੱਕ ਜਿਹੜੇ ਕਿ ਜਿਵੇਂ ਹੁਣ ਅਸੀਂ ਕੱਲ੍ਹ ਪਰਸੋਂ ਨੂੰ ਕਿਤੇ ਜਾਣਾ ਹੋਵੇ, ਕੈਨੇਡਾ ਜਾਣਾ ਹੋਵੇ, ਆਸਟ੍ਰੇਲੀਆ ਜਾਣਾ ਹੋਵੇ, ਤਾਂ ਅਸੀਂ ਕੈਸ਼ ਕੈਰੀ ਨਹੀਂ ਕਰਦੇ ਹੈਗੇ, ਤਾਂ ਉਸ ਸਮੇਂ ਅਸੀਂ ਚੈੱਕ ਜ਼ਰੂਰ ਕੈਰੀ ਕਰ ਸਕਦੇ ਹਾਂ। ਤਾਂ ਉਹ ਗਿਫਟਡ ਚੈੱਕ ਹੁੰਦੇ ਆ, ਕੁਛ ਕੁ ਟਾਈਮ ਲਈ ਵੈਲਿਡ ਹੁੰਦੇ ਆ, ਵੀ ਜੇਕਰ ਅਸੀਂ ਉੱਥੇ ਜਾ ਕੇ ਇਹ ਚੈੱਕ ਨਾਲ ਪੇਮੈਂਟ ਕਰੀਏ ਤਾਂ ਉਹ ਪੇਮੈਂਟ ਐਕਸੈਪਟੇਬਲ ਹੋ ਜਾਂਦੀ ਹੈ। ਨੈਕਸਟ ਹੈਗਾ ਵਾ ਅੰਡਰ ਰਾਈਟਿੰਗ ਸ਼ੇਅਰਸ। ਵੀ ਇਹ ਸ਼ੇਅਰ ਨੂੰ ਸੇਲ ਪਰਚੇਜ਼ ਕਰਨ ਦੇ ਵਿੱਚ ਵੀ ਹੈਲਪ ਕਰਦੀ ਹੈ, ਉਹਨਾਂ ਨੂੰ ਦੱਸਦੀ ਆ ਵੀ ਕਿਸ ਤਰੀਕੇ ਨਾਲ ਇਹਦੀ ਪੈਸੇ ਚਾਰਜ ਕੀਤੇ ਜਾਣੇ ਚਾਹੀਦੇ, ਕਿਸ ਤਰੀਕੇ ਨਾਲ ਨਹੀਂ ਕਰਨੇ ਚਾਹੀਦੇ। ਲਾਸਟ ਵਨ ਹੈਗਾ ਵਾ ਪ੍ਰੋਵਾਈਡ ਦੀ ਇਨਫੋਰਮੇਸ਼ਨ ਆਫ ਟੂ ਦੀ ਸਟੈਟੀਕਲ ਡਾਟਾ। ਵੀ ਜਿਹੜਾ ਡਾਟਾ ਪਿਆ ਹੁੰਦਾ ਉਹਨਾਂ ਕੋਲ, ਉਹ ਉਹਨਾਂ ਨੂੰ ਕਸਟਮਰ ਨੂੰ ਯੂਜ਼ ਕਰਨ ਦੇ ਵਿੱਚ ਤੇ ਉਹਨਾਂ ਨੂੰ ਸਮਝਾਉਣ ਦੇ ਵਿੱਚ ਉਹ ਹੈਲਪ ਕਰਦੀ ਆ। ਤਾਂ ਇਹ ਸੀਗਾ ਅੱਜ ਦਾ ਸੈਸ਼ਨ ਜਿਹਦੇ ਵਿੱਚ ਅਸੀਂ ਆਹ ਚੀਜ਼ਾਂ ਡਿਸਕਸ ਕੀਤੀਆਂ। ਤਿੰਨ ਮੇਨ ਕੁਐਸਚਨ ਜਾਂ ਦੋ ਮੇਨ ਕੁਐਸਚਨ ਜਿਹੜੇ ਸੀਗੇ ਉਹ ਡਿਸਕਸ ਕੀਤੇ। ਹਾਈ ਪ੍ਰਵੇਲਡ ਪਾਵਰ ਤੇ ਲਾਸਟ ਵਨ ਸੀਗਾ ਕਮਰਸ਼ੀਅਲ ਬੈਂਕਸ ਦੇ ਜਿਹੜੇ ਫੰਕਸ਼ਨ ਸੀਗੇ। ਆਈ ਹੋਪ ਤੁਹਾਨੂੰ ਸੈਸ਼ਨ ਵਧੀਆ ਲੱਗੂ। ਜੋ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲਿਓ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।